ਦੇ ਨਹੀਂ, ਸਾਡੀਆਂ ਬਹੁਤ ਸਾਰੀਆਂ ਲੇਖਕ ਸੰਸਥਾਵਾਂ ਨੇ ਜਿਹੜੀਆਂ ਉਹ ਸਾਹਿਤ ਦੇ ਬਾਰੇ ਤਾਂ ਬਹੁਤ ਚਰਚਾ ਕਰਦੀਆਂ ਨੇ, ਕਰਨੀ ਵੀ ਚਾਹੀਦੀ ਆ, ਲੇਕਿਨ ਬਹੁਤ ਵਾਰ ਜਿਹੜੇ ਸਾਹਿਤ ਦੇ ਨਾਲੋਂ ਵੱਖਰੇ ਮੁੱਦੇ ਹੁੰਦੇ ਜਿਨ੍ਹਾਂ ਦਾ ਸਮਾਜ ਦੇ ਨਾਲ ਬਹੁਤ ਗੰਭੀਰ ਤੇ ਸੰਵੇਦਨਸ਼ੀਲ ਕਿਸਮ ਦਾ ਸੰਬੰਧ ਹੁੰਦਾ, ਉਹਦੇ ਬਾਰੇ ਬਹੁਤ ਵਾਰੀ ਉਹ ਉਨੀ ਗੰਭੀਰਤਾ ਦੇ ਨਾਲ ਨਾ ਚਰਚਾ ਕਰਦੀਆਂ, ਨਾ ਉਹਨਾਂ ਨੂੰ ਉਨੀ ਗੰਭੀਰਤਾ ਦੇ ਨਾਲ ਲੈਂਦੀਆਂ ਨੇ। ਸੋ ਪ੍ਰਗਤੀਸ਼ੀਲ ਲੇਖਕ ਸੰਘ ਜਿਹੜਾ ਆਲ ਇੰਡੀਆ ਲੈਵਲ ਦੀ ਜਥੇਬੰਦੀ ਆ ਅਤੇ ਪੰਜਾਬ ਦਾ ਯੂਨਿਟ ਜਿਹੜਾ ਉਹਦੇ 'ਚ ਬੜੀ ਖਾਸ ਕਿਸਮ ਦੀ ਭੂਮਿਕਾ ਨਿਭਾ ਰਿਹਾ, ਔਰ ਇਹ ਸੰਘ ਜਿਹੜਾ ਇਹ ਸਮਾਜ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਵੀ ਨਿਰੰਤਰ ਚਰਚਾ ਜਿਹੜੀ ਆ ਇਹ ਕਰਦਾ ਕਰਾਉਂਦਾ। ਸੋ ਅੱਜ ਦੀ ਜਿਹੜੀ ਇਹ ਚਰਚਾ ਕੌਮੀ ਸਿੱਖਿਆ ਨੀਤੀ ਬਾਰੇ, ਜਿਹਨੂੰ ਨਵੀਂ ਸਿੱਖਿਆ ਨੀਤੀ ਕਿਹਾ ਗਿਆ, ਵੈਸੇ ਇਹਦਾ ਨਾਮ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆ, ਕੌਮੀ ਸਿੱਖਿਆ ਨੀਤੀ ਆ। ਔਰ ਇਹਦੇ ਵਿੱਚ ਮੈਨੂੰ ਹੁਕਮ ਕੀਤਾ ਸੀ ਕਿ ਮੈਂ ਉਚੇਰੀ ਸਿੱਖਿਆ ਦੇ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਕਿਉਂਕਿ ਦੋ ਦੋਸਤਾਂ ਨੇ ਪ੍ਰਾਇਮਰੀ ਸਿੱਖਿਆ ਅਤੇ ਹਾਇਰ ਸੈਕੰਡਰੀ ਦੀ ਸਿੱਖਿਆ ਦੇ ਨਾਲ ਸੰਬੰਧਿਤ ਬਹੁਤ ਗੰਭੀਰ ਗੱਲਾਂ ਕੀਤੀਆਂ, ਪਾਲਿਸੀ ਨੂੰ ਸਮਝਣ ਦਾ ਯਤਨ ਕੀਤਾ ਔਰ ਉਸ ਦੇ ਕਰਿਕੂਲਮ ਦੀ ਚਰਚਾ ਕੀਤੀ, ਸਿਲੇਬਸ ਦੇ ਨਾਲ ਜੁੜੀਆਂ ਗੱਲਾਂ ਕੀਤੀਆਂ ਔਰ ਗੱਲਾਂ ਬਿਲਕੁਲ ਠੀਕ ਦਿਸ਼ਾ 'ਚ ਕੀਤੀਆਂ। ਅਤੇ ਮੈਂ ਵੀ ਕੁਝ ਗੱਲਾਂ ਹਾਇਰ ਐਜੂਕੇਸ਼ਨ ਦੇ ਕੰਟੈਕਸਟ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਮੈਂ ਇਸ ਐਜੂਕੇਸ਼ਨ ਪਾਲਿਸੀ ਨੂੰ ਆਪਣੇ ਦਿੱਤੇ ਸਮੇਂ ਤੋਂ ਵੀ ਘੱਟ ਸਮੇਂ ਦੇ ਵਿੱਚ ਹੀ ਤੁਹਾਡੇ ਨਾਲ ਸਾਂਝੀ ਕਰ ਲਾਂਗਾ। ਮੈਂ ਇਸ ਪਾਲਿਸੀ ਨੂੰ 3 ਹਿੱਸਿਆਂ 'ਚ ਰੱਖ ਕੇ ਦੇਖਦਾ। ਪਹਿਲਾਂ ਤਾਂ ਇਸ ਨੂੰ ਇੱਕ ਨੀਤੀ ਵਜੋਂ ਰੱਖ ਕੇ ਦੇਖਦਾ, ਫਿਰ ਉਸ ਦਾ ਸਟਰਕਚਰ ਆ ਉਹ ਕਿਸ ਕਿਸਮ ਦਾ, ਅਤੇ ਤੀਜਾ ਇਹ ਆ ਕਿ ਇਹਦੇ ਨਤੀਜੇ ਕੀ ਨਿਕਲਣਗੇ, ਜਾਂ ਤੌਖਲੇ ਕੀ ਆ, ਅਤੇ ਜਾਂ ਚੈਲੰਜ ਕਿਸ ਕਿਸਮ ਦੇ ਆ ਜਿਹੜੇ ਉਹ ਪੈਦਾ ਹੋਣੇ ਨੇ। ਕਿਉਂਕਿ ਸਿੱਖਿਆ ਸਿਰਫ ਬੰਦੇ ਨੂੰ ਬੰਦਾ ਬਣਾਉਣ ਦੀ ਭੂਮਿਕਾ ਨਹੀਂ ਨਿਭਾਉਂਦੀ, ਸਗੋਂ ਆਪਣੀ ਤਰ੍ਹਾਂ ਦਾ ਬੰਦਾ ਬਣਾਉਣ ਦਾ ਵੀ ਯਤਨ ਕਰਦੀ ਆ। ਕਈ ਵਾਰੀ ਅਸੀਂ ਬਹੁਤ ਆਮ ਸਧਾਰਨ ਸ਼ਬਦਾਂ ਦੇ ਵਿੱਚ ਇਹ ਲੈ ਲੈਂਦੇ ਹਾਂ ਵੀ ਜਿਹੜੀ ਸਿੱਖਿਆ ਹੈ ਇਹ ਬੰਦੇ ਨੂੰ ਗਿਆਨਵਾਨ ਬਣਾਉਂਦੀ ਆ, ਬੰਦੇ ਨੂੰ ਸੰਵੇਦਨਸ਼ੀਲ ਬਣਾਉਂਦੀ ਆ, ਬੰਦੇ ਨੂੰ ਅਕਲਮੰਦ ਬਣਾਉਂਦੀ ਆ, ਬੰਦੇ ਨੂੰ ਬਹੁਤ ਬਿਹਤਰ ਬੰਦਾ ਬਣਾਉਣ ਦੇ ਵਿੱਚ ਯੋਗਦਾਨ ਆ ਜਿਹੜਾ ਉਹ ਪਾਉਂਦੀ ਆ। ਬਿਲਕੁਲ ਹੈ ਇਹ ਗੱਲਾਂ ਵੀ, ਪਰ ਜਿਸ ਕਿਸਮ ਦੇ ਸਿਸਟਮ ਦੇ ਵਿੱਚੋਂ ਐਜੂਕੇਸ਼ਨ ਪਾਲਿਸੀ ਬਣਦੀ ਆ, ਉਹ ਸਿਸਟਮ ਵੀ ਆਪਣੀ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਆਪਣੀ ਤਰ੍ਹਾਂ ਦਾ ਬੰਦਾ ਬਣਾਉਂਦੀ ਆ। ਇਸ ਕਰਕੇ ਜਦੋਂ ਅਸੀਂ ਸਿਸਟਮ ਦੇ ਨਾਲੋਂ ਪਾਲਿਸੀ ਤੋੜ ਕੇ ਪਾਲਿਸੀ ਨੂੰ ਸਮਝਣ ਦਾ ਯਤਨ ਕਰਨ ਲੱਗ ਜਾਂਦੇ ਹਾਂ, ਤਾਂ ਬਹੁਤ ਵਾਰ ਅਸੀਂ ਉਸ ਪਾਲਿਸੀ ਦੇ ਪ੍ਰਤੀ ਬਹੁਤ ਸਾਰੇ ਭੁਲੇਖਿਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਇਸ ਕਰਕੇ ਇਹ ਜਿਹੜੀ ਨੀਤੀ 2020 ਸਾਡੇ ਸਾਹਮਣੇ ਆ, ਇਹ ਇਕੱਲੇ ਹਿੰਦੁਸਤਾਨ ਦਾ ਮਸਲਾ ਨਹੀਂ ਹੈ, ਇਹ ਗਲੋਬਲ ਪੱਧਰ ਉੱਤੇ ਉਸਰ ਰਹੇ ਜਾਂ ਉਸਾਰੇ ਜਾ ਰਹੇ ਇੱਕ ਅਜਿਹੇ ਪ੍ਰਬੰਧ ਦੇ ਪੂਰਤੀ ਆ ਉਹਦੇ ਹਿੱਤਾਂ ਦੀ ਕਿ ਇਸ ਕਿਸਮ ਨਾਲ ਸਾਰਾ ਕੁਝ ਬਣੇ। ਕਿਉਂਕਿ ਹੁਣ ਅਸੀਂ ਇਸ ਪਾਲਿਸੀ ਦਾ ਨਾਮ ਭਾਵੇਂ ਨੈਸ਼ਨਲ ਐਜੂਕੇਸ਼ਨ ਪਾਲਿਸੀ, ਇਹਦੇ ਵਿੱਚ ਕੁਝ ਨੈਸ਼ਨਲ ਇਸ਼ੂ ਦੇ ਨਾਤੇ ਕੁਝ ਖਾਸ ਕਿਸਮ ਦਾ ਏਜੰਡਾ ਵੀ ਇਸ ਦੇ ਵਿੱਚ ਸ਼ਾਮਲ ਹੈ, ਜਿਹਦੇ ਵੱਲ ਇੱਥੇ ਸੰਕੇਤ ਹੋਏ ਆ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਨਵ ਉਦਾਰਵਾਦੀ ਪ੍ਰਬੰਧ ਦੀ ਲੋੜ ਦੀ ਪੂਰਤੀ ਦੇ ਵਿੱਚੋਂ ਨਿਕਲੀ ਹੋਈ ਹੈ। ਇਸ ਕਰਕੇ ਜਦੋਂ ਅਸੀਂ ਕਈ ਵਾਰ ਪੂੰਜੀਵਾਦ ਨੂੰ ਸਮਝਦੇ ਹਾਂ, ਅਸੀਂ ਬਹੁਤ ਵਾਰ ਮਾਰਕਸ ਤੱਕ ਰਿਡਿਊਸ ਕਰਕੇ ਰੱਖ ਦਿੰਦੇ ਹਾਂ। ਹੁਣ ਪੂੰਜੀਵਾਦ ਨੂੰ ਮਾਰਕਸ ਵਾਲੇ ਪੂੰਜੀਵਾਦ ਤੋਂ ਅਗਾਂਹ ਬਹੁਤ ਨਿਕਲ ਚੁੱਕਿਆ ਹੋਇਆ। ਜੇ ਤੁਸੀਂ ਦੁਨੀਆ ਦੇ ਇਤਿਹਾਸ ਤੇ ਨਜ਼ਰ ਮਾਰੋ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਪੂੰਜੀਵਾਦ ਉਹ ਨਹੀਂ ਰਿਹਾ ਹੈ ਜਿਹੜਾ ਇੰਡਸਟਰੀਅਲ ਕੈਪੀਟਲਿਜ਼ਮ ਦੀ ਰੂਪ ਦੇ ਵਿੱਚ ਸੀ, ਜਿਸ ਨੂੰ ਪ੍ਰੋਲੋਟੇਰੀਏਟ ਵੱਲੋਂ ਪਲਟਾ ਦਿੱਤੇ ਜਾਣ ਨਾਲ ਇਨਕਲਾਬ ਵਾਲੀ ਸਥਿਤੀ ਸੀ, ਜਿਹੜੀ ਉਹ ਵਾਲਾ ਪੂੰਜੀਵਾਦ ਨਹੀਂ ਹੈ। ਇਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ
ਖਾਸ ਕਰਕੇ ਮੈਂ ਇੱਕ ਬੰਦੇ ਦਾ ਨਾਮ ਲੈਣਾ ਚਾਹੂੰਗਾ, ਡੈਨੀਅਲ ਬੈਲ ਦਾ, ਜਿਹੜਾ ਅਮਰੀਕਾ ਦਾ ਸੋਸ਼ੋਲੋਜਿਸਟ ਸੀ, ਜਿਸ ਨੇ 2 ਕਿਤਾਬਾਂ ਬੜੀਆਂ ਇੰਪੋਰਟੈਂਟ ਲਿਖੀਆਂ ਉਸ ਦੌਰ ਦੇ ਵਿੱਚ, ਸੈਕੰਡ ਵਰਲਡ ਵਾਰ ਤੋਂ ਬਾਅਦ। ਇੱਕ ਉਹਦੀ ਕਿਤਾਬ ਸੀ ਦਾ ਕਮਿੰਗ ਆਫ ਪੋਸਟ ਇੰਡਸਟਰੀਅਲ ਸੁਸਾਇਟੀ, ਤੇ ਦੂਜੀ ਸੀ ਐਂਡ ਆਫ ਆਈਡੀਓਲੋਜੀ। ਬਹੁਤ ਇੰਪੋਰਟੈਂਟ ਕਿਤਾਬਾਂ ਨੇ, ਉਹਨਾਂ ਨੂੰ ਬਿਨਾਂ ਸਮਝੇ ਪੜ੍ਹੇ ਕੀਤਿਆਂ ਤੁਸੀਂ ਅੱਜ ਦੇ ਨਵ ਉਦਾਰਵਾਦ ਨੂੰ ਬਹੁਤ ਆਬਜੈਕਟਿਵ ਰੂਪ 'ਚ ਸਮਝ ਨਹੀਂ ਸਕਦੇ। ਹਾਲਾਂਕਿ ਉਹ ਇੱਕ ਅਜਿਹਾ ਸੋਸ਼ੋਲੋਜਿਸਟ ਹੈ ਜਿਹੜਾ ਬੁਰਜੂਆ ਕਿਸਮ ਦਾ, ਜਿਸ ਨੇ ਉਹਨਾਂ ਦੀ ਇਹੀ ਜਿਹੜੀ ਆ ਮਤਲਬ ਇੱਕ ਤਰ੍ਹਾਂ ਨਾਲ ਪਾਖਾ ਜਿਹੜਾ ਉਹਨਾਂ ਦਾ ਪੂਰਿਆ, ਪਰ ਉਸਨੇ ਜਿਹੜੀਆਂ ਉਦੋਂ ਗੱਲਾਂ ਕੀਤੀਆਂ ਸੀ ਉਹ ਗੱਲਾਂ ਅੱਜ ਬਿਲਕੁਲ ਸੱਚ ਨੇ, ਔਰ ਉਸੇ ਤਰ੍ਹਾਂ ਦਾ ਸਮਾਜ ਹੈ ਜਿਹੜਾ ਅੱਗੇ ਨੂੰ ਵੱਧਦਾ ਚਲਿਆ ਜਾ ਰਿਹਾ। ਕਿਉਂਕਿ ਉਸ ਦੌਰ ਦੇ ਵਿੱਚ ਦੁਨੀਆ ਦੇ ਅੰਦਰ ਸਰਮਾਏਦਾਰੀ ਨੂੰ ਕੋਈ ਨਾ ਕੋਈ ਟੱਕਰ ਦੇਣ ਵਾਲੀ ਚੀਜ਼ ਸੀ, ਜਿਸ ਨੂੰ ਅਸੀਂ ਸੋਸ਼ਲਿਸਟ ਕੈਂਪ ਕਹਿੰਦੇ ਸਾਂ, ਜਿਹੜਾ 70s ਤੋਂ ਬਾਅਦ, ਕਿਉਂਕਿ ਅਸੀਂ ਬਹੁਤ ਵਾਰ ਇਸ ਨੂੰ ਸੋਵੀਅਤ ਯੂਨੀਅਨ ਦੇ ਉੱਤੇ ਲਿਆ ਕੇ ਖੜਾ ਕਰ ਲੈਂਦੇ ਹਾਂ 90s ਦੇ ਦੌਰ ਦੇ ਵਿੱਚ, ਨਹੀਂ, ਇਸ ਨੂੰ ਵੀ ਉਹ 70s ਦੇ ਦੌਰ ਤੋਂ ਦੇਖਣਾ ਪਏਗਾ, ਜਦੋਂ ਚੈਕੋਸਲੋਵਾਕੀਆ ਦੇ ਵਿੱਚ ਪਹਿਲੀ ਵਾਰ ਜਦੋਂ ਉੱਥੇ ਸੋਸ਼ਲਿਜ਼ਮ ਸੀ, ਤਾਂ ਕਿਸ ਤਰ੍ਹਾਂ ਦੇ ਨਾਲ ਫੋਰਡ ਕੰਪਨੀ ਦੇ ਨਾਲ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚੋਂ ਉਹ ਕੰਮ ਆਰੰਭ ਹੁੰਦਾ, ਜਿਹੜਾ ਕੰਮ ਅੱਜ ਦੁਨੀਆ ਦੇ ਵਿੱਚ ਇਸ ਰੂਪ 'ਚ ਸਾਡੇ ਸਾਹਮਣੇ ਆ ਗਿਆ, ਜਿਹੜਾ ਉਦਾਰਵਾਦ ਤੋਂ ਵੀ ਅੱਗੇ ਲੱਗ ਕੇ ਨਵਾਂ ਉਦਾਰਵਾਦੀ ਰੂਪ ਦੇ ਵਿੱਚ ਆ। ਸੋ ਪਿਛਲੇ 40-45 ਸਾਲ 'ਚ ਜਿੰਨੀ ਰਫ਼ਤਾਰ ਦੇ ਨਾਲ ਵਿਕਾਸ ਹੋਇਆ, ਇਹੋ ਜਿਹਾ ਵਿਕਾਸ ਪਹਿਲੇ ਸਮਾਜਾਂ ਦੇ ਵਿੱਚ ਸੰਭਵ ਹੀ ਨਹੀਂ ਸੀ, ਇਹ ਹੁਣੇ ਹੀ ਹੋਣਾ ਸੀ। ਜੇ ਇਸ ਕਿਸਮ ਦਾ ਵਿਕਾਸ ਹੁਣ ਸੰਭਵ ਹੋਇਆ, ਤਾਂ ਉਸ ਵਿਕਾਸ ਦੇ ਅੰਦਰ ਇਸ ਕਿਸਮ ਦੇ ਬੰਦੇ ਦੀ, ਇਸ ਕਿਸਮ ਦੇ ਕਾਮੇ ਦੀ ਜ਼ਰੂਰਤ ਆ, ਜਿਹੜਾ ਇਸ ਕਿਸਮ ਦੇ ਸਿਸਟਮ ਨੂੰ ਕਿਸੇ ਨਾ ਕਿਸੇ ਰੂਪ 'ਚ ਅਗਾਂਹ ਲਿਜਾ ਸਕੇ। ਇਸ ਕਰਕੇ ਮੈਂ ਇਸ ਹਾਇਰ ਐਜੂਕੇਸ਼ਨ ਨੂੰ ਵੀ ਤੇ ਥੱਲੇ ਵਾਲੇ ਪੱਧਰ ਦੇ ਉੱਤੇ ਵੀ, ਚਾਹੇ ਉਹ ਪ੍ਰਾਇਮਰੀ ਹੈ ਚਾਹੇ ਉਹ ਸੈਕੰਡਰੀ ਐਜੂਕੇਸ਼ਨ ਆ, ਮੈਂ ਉਹ ਸਾਰੀ ਨੂੰ ਇਸ ਸਿਸਟਮ ਦੇ ਨਾਲ ਜੋੜ ਕੇ ਦੇਖਦਾ। ਉਹਦਾ ਕਾਰਨ ਵੀ ਇੱਕ ਇਹ ਆ ਕਿ ਜਿਹੜਾ ਇਸ ਐਜੂਕੇਸ਼ਨ ਪਾਲਿਸੀ ਦਾ ਚੇਅਰਮੈਨ ਸੀ ਡਾਕਟਰ ਕ੍ਰਿਸ਼ਨਾ ਸਵਾਮੀ ਕਸਤੂਰੀ ਰੰਗਨ, ਉਹ 3 ਅਕਤੂਬਰ 2020 ਨੂੰ ਹਿੰਦੁਸਤਾਨ ਦੇ ਅਖਬਾਰਾਂ ਦੇ ਵਿੱਚ ਇੱਕ ਲੇਖ ਲਿਖਦਾ। ਮੈਂ ਉਸ ਲੇਖ ਦਾ ਸੰਕੇਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਦੀ ਕਲੀਅਰ ਕੱਟ ਲਾਈਨ ਸੀ ਕਿ ਸਿੱਖਿਆ ਨੀਤੀ ਦਾ ਉਦੇਸ਼ ਰੁਜ਼ਗਾਰ ਮੁਖੀ ਸਿੱਖਿਆ ਹੈ। ਬੱਚੇ ਸਕੂਲ ਵਿੱਚ ਹੁਨਰ ਵੀ ਸਿੱਖਣ, ਇਸ ਲਈ ਵੋਕੇਸ਼ਨਲ ਟ੍ਰੇਨਿੰਗ ਇੰਟਰਨਸ਼ਿਪ ਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਹ ਸਪਸ਼ਟ ਹੈ। ਇਹਦਾ ਮਤਲਬ ਇਹ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਇਹ ਰੁਜ਼ਗਾਰ ਦੇ ਨਾਲ ਜੁੜੀ ਹੋਈ ਹੈ, ਅਤੇ ਰੁਜ਼ਗਾਰ ਕਿਸ ਕਿਸਮ ਦਾ ਅਤੇ ਬਾਕੀ ਚੀਜ਼ਾਂ ਕਿਸ ਕਿਸਮ ਦੀਆਂ, ਉਸ ਦੀਆਂ ਤਹਿਾਂ ਵਿੱਚ ਜਾਣਾ ਪਏਗਾ। ਅਦਰਵਾਈਜ਼ ਅਸੀਂ ਇਸ ਨੂੰ ਐਵੇਂ ਹੀ ਕਹਿ ਕੇ ਜੀ ਬੀਜੇਪੀ ਦਾ ਏਜੰਡਾ, ਜੀ ਫਲਾਣੇ ਦਾ ਏਜੰਡਾ, ਇਹਨੂੰ ਇੰਨਾ ਕੁ ਨਿੰਦ ਕੇ ਮੈਨੂੰ ਲੱਗਦਾ ਕਿ ਨਾ ਤਾਂ ਸਾਡੀ ਤਸੱਲੀ ਹੋਣੀ ਹੈ ਅਤੇ ਨਾ ਅਸੀਂ ਇਸ ਦੇ ਵਿੱਚੋਂ ਕੋਈ ਬਿਹਤਰ ਰਸਤਾ ਜਿਹੜਾ ਉਹ ਤਲਾਸ਼ ਸਕਣਾ। ਇਸ ਕਰਕੇ ਜਦੋਂ ਕ੍ਰਿਸ਼ਨਾ ਸਵਾਮੀ ਇਹ ਗੱਲ ਕਰਦੇ ਆ, ਤਾਂ ਇੱਥੇ ਸਿੱਖਿਆ ਗਿਆਨ ਜਾਂ ਮਨੁੱਖ ਨੂੰ ਮਨੁੱਖ ਬਣਾਉਣ ਦੇ ਪਹਿਲੂ ਦੇ ਆਧਾਰ 'ਤੇ ਨਹੀਂ ਰਹਿੰਦੀ, ਉਹ ਸਿੱਧੀ ਰੁਜ਼ਗਾਰ ਦੇ ਨਾਲ ਜੁੜ ਜਾਂਦੀ ਆ। ਅਤੇ ਰੁਜ਼ਗਾਰ ਹੈ ਕਿੱਥੇ ਆ? ਆਹ ਸਵਾਲ ਆ ਸਭ ਤੋਂ ਵੱਡਾ। ਰੁਜ਼ਗਾਰ ਇਸ ਨੀਤੀ ਦਾ ਮਕਸਦ ਆ ਜਿਹੜਾ ਉਹ ਬਾਰ-ਬਾਰ ਹੋਲਿਸਟਿਕ ਐਂਡ ਸਸਟੇਨੇਬਲ ਡਿਵੈਲਪਮੈਂਟ ਦਾ ਏਜੰਡਾ ਬਾਰ-ਬਾਰ ਸਾਰੀ ਪਾਲਿਸੀ 'ਚ ਇਸੇ ਦੀ ਚਰਚਾ ਜਿਹੜੀ ਆ ਉਹ ਕਰਦੇ ਚਲੇ ਜਾਂਦੇ ਆ। ਉਹ ਮੈਨੂੰ ਇਹ ਸਾਰਾ ਕੁਝ ਕਰਦੇ, ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇਹ ਗੱਲ ਬਹੁਤ ਚੰਗੀ ਲੱਗੀ ਵੀ ਨਰਿੰਦਰ ਮੋਦੀ ਹੋਣੀ ਬਹੁਤ ਸੁਚੇਤ ਆ, ਜਦੋਂ ਉਹ ਕਹਿੰਦੇ ਹਨ ਵੀ ਪਕੌੜੇ ਬਣਾਉਣਾ ਵੀ ਇੱਕ ਕੰਮ ਆ। ਇਹ ਐਜੂਕੇਸ਼ਨ ਪਾਲਿਸੀ ਉਸੇ ਕਿਸਮ ਦਾ ਵਰਕਰ, ਉਸੇ ਕਿਸਮ ਦਾ ਕਿੱਤਾ, ਉਸ ਕਿਸਮ ਦੇ ਰੁਜ਼ਗਾਰ ਵੱਲ ਜਾਣ ਵਾਲੀ ਆ। ਇਸ ਲਈ ਇਸ ਨਿਊ ਲਿਬਰਲ ਸਿਸਟਮ ਦੇ ਅੰਦਰ ਕੋਈ ਸਪੈਸ਼ਲਾਈਜ਼ਡ ਗਿਆਨ ਵਾਲੇ ਬੰਦੇ ਦੀ ਜ਼ਰੂਰਤ ਨਹੀਂ ਹੈ। ਜਿਸ ਕਿਸਮ ਦਾ ਅਸੀਂ ਪਹਿਲਾਂ ਅਜ਼ਿਊਮ ਕਰੀ ਬੈਠੇ ਹਾਂ ਕਿ ਇਸ ਕਿਸਮ ਦਾ ਹੋਏਗਾ, ਸਾਹਿਤ ਵਾਲੇ ਇਸ ਕਿਸਮ ਦੇ ਹੋਣਗੇ, ਸੋਸ਼ੋਲੋਜਿਸਟ ਇਸ ਕਿਸਮ ਦੇ ਹੋਣਗੇ, ਭਾਸ਼ਾ ਵਿਗਿਆਨੀ ਇਹੋ ਜਿਹੇ ਹੋਣਗੇ, ਫਲਾਹ ਇਹੋ ਜਿਹੇ ਹੋਣਗੇ, ਇਹੋ ਜਿਹਾ ਕੋਈ ਨਹੀਂ ਹੈ। ਸਗੋਂ ਮਲਟੀ ਟਾਸਕਿੰਗ ਵਰਕਰ ਆ ਜਿਹੜਾ, ਉਸ ਦੇ ਉੱਤੇ ਕੇਂਦਰਿਤ ਆ ਸਾਰੀ ਦੀ ਸਾਰੀ ਪਾਲਿਸੀ ਹੈ ਜਿਹੜੀ। ਔਰ ਸਾਰੇ ਵੋਕੇਸ਼ਨਲ ਐਜੂਕੇਸ਼ਨ ਜਿਸ ਦਾ ਰੌਲਾ ਔਰ ਜਿਸ ਦੇ ਬਾਰੇ ਦੋਸਤਾਂ ਨੇ ਸੰਕੇਤ ਵੀ ਕੀਤੇ ਆ, ਇਸ ਲਈ ਉਹ ਮੁੱਢੋਂ ਸੁੱਢੋਂ ਸਟਰਕਚਰ ਬਦਲਣ ਦੀ ਜ਼ਰੂਰਤ ਆ। ਪੁਰਾਣੀ ਐਜੂਕੇਸ਼ਨ ਸਿਸਟਮ ਦੇ ਨਾਲ ਉਸ ਕਿਸਮ ਦਾ ਵਰਕਰ ਨਹੀਂ ਪੈਦਾ ਕੀਤਾ ਜਾ ਸਕਦਾ।
इस करके जो अगे किसी समय हुंदा सी कि एजुकेशन ज़्यादा थल्ले लैवल पर बदल गई, सकैंडरी लैवल पर बदल गई, हायर एजुकेशन लैवल पर नहीं, हुण टोटल सिस्टम आ जो पूरे का पूरा थल्ले तो लैके उपर तक उस किस्म का स्ट्रक्चर बनाया जाता, जिहदे आंगनबाड़ी की गल हुई है, बाल बाटका स्कूलों की गल हुई है, फिर फाउंडेशनल लिटरेसी न्यूमरेसी दे गल है जितों उन्होंने 8 तो 11 साल वाली, फिर उस तो बाद मिडल स्टेज ते हायर सकैंडरी दे जाते वोकेशनल कोर्सेज आ जिहड़े वो डोमीनेट कर जाते हैं। इस करके 8th तो बाद वोकेशनल कोर्स आ जिहड़े उन्हां दी महत्ता दे उत्ते लोड़ दे उत्ते बेतहाशा जोर आ सारी पॉलिसी दे अंदर। हायर एजुकेशन जिसनों मल्टी डिसिपलिनरी एंड क्रॉस डिसिपलिनरी कहा गया तो उन्होंने बनाने का तहैया भी किया गया, वो गल बहुत स्पष्ट है। तो मैं वो गल्लां उस पॉलिसी के विचों तुहाडे नाल साझियां करना चाहना। बिगिनिंग विद वोकेशनल एक्सपोजर टू अर्ली एजेस इन मिडल एंड सैकेंडरी स्कूल, क्वालिटी वोकेशनल एजुकेशन विल बी इंटैग्रेटेड स्मूथली इनटू हायर एजुकेशन। हायर एजुकेशन इस तो मुक्त नहीं है वोकेशनल एजुकेशन तो। It will ensure that every child learns at least one vocation and is exposed to several more. This would lead to emphasizing the dignity of labor। जिहदी मैं गल कर रहा कि नवे सिस्टम के उन्होंने वर्कर किस किस्म का चाहिए और इस किस्म के वर्कर को डिग्निटी ऑफ लेबर के नाल जोड़ के पेश कर रहे हैं। एंड इंपॉर्टेंस ऑफ द वेरियस vocations involving Indian arts and artisanship, इस बल साडा ध्यान नहीं जा रहा जिहदे चो बार बार जोर दे रहा है इंडियन क्राफ्ट के उत्ते ते आर्टिजनशिप के उत्ते। ये बारे मैं संकेत करना चाहना, अजे कल ही एक पंजाबी ट्रिब्यून किसी दोस्त का लेख छपया वो हुशियारपुर के उत्ते सी कि उत्थे किसी समय लकड़ी के उपर खून वाला काम करके हुशियारपुर बहुत अमीर किस्म की कला का सी। हुण उत्थे दे वो कलाकार जिहड़े पिता पुरखी काम करते सी बहुते तो छड्ड गए तो कुछ लगे हुए आ, लेकिन वो दसदे आ कि सानू 500-600 रुपए तो वध की दिहाड़ी है जिहड़ी वो नहीं बनती है। ये पुराना आर्टिजन है। जे मैं पंजाब के वक्रे वक्रे थावां ते बल संकेत करा, तुसीं जलंधर च देखो जिथे सब तो वध जुत्तियां दे बाकी समान बनता सी बिल्कुल तबाह हो गया। जंडियाला गुरु वर्गे थावां दे उत्ते जिथे सब तो वध पित्तल के बर्तन बनते सी सारा कुछ तबाह हो गया। बटाला पित्तल के लिए मशहूर सी सारा, होर भी थां दे उत्ते जदों तुसीं निगाह मारोगे वो सारा कुछ खत्म हो गया। और इस किस्म की जिहड़ी शिल्पकारी आ जिसनूं वोकेशनल कोर्स के राही कहना चाहते आ, अज के समय दे विच जिहड़ी मोटर मकैनिक दे विच जां इलैक्ट्रीशियन दे विच जां और जिहदे वल दोस्तों ने संकेत किया कि 12वीं 14वीं तो बाद वो सीधे का सीधा रोजगार चले जाएगा। ये उस किस्म का रोजगार इस हायर एजुकेशन इस तो बिल्कुल नहीं बची पई। वो बहुत स्पष्ट है इन्हों का टीचा कि 2025 तक एटलीस्ट 50% ऑफ द लर्नर्स थ्रू द स्कूल एंड द हायर एजुकेशन सिस्टम शैल हैव एक्सपोजर टू वोकेशनल एजुकेशन फॉर विच ए क्लियर एक्शन प्लान विद टारगेट्स एंड टाइमलाइन विल बी डिवेलप। 2025 तक का उन्होंने मकसद आ कि इस तरह के नाल ये सारा कुछ है जोड़ा करना पड़ेगा। सो मेरा जोड़ा जोर दे के गल करन दा इत्थे तुहाडे नाल जोड़ा मुख्य मकसद आ वो आ कि इस दे कारणों की तलाश करनी पेगी एजुकेशन पॉलिसी को समझण लई। जे इन्हां कारणों की तलाश नहीं करते तो असीं उसके असले तक नहीं पहुँच सकते। इस पॉलिसी में ही दूसरे अर्ध विकसित मुल्कों की एक उदाहरण दी गई है जी मैं तुहाडे नाल साझी करनी चाहुंदा रोजगार के नाल जोड़ के। हिंदुस्तान की 12वीं जी 5 ईयर प्लान का हवाला दे के गल कर रहे हैं, वो कहते द 12th 5 ईयर प्लान 2012 तो 17 एस्टिमेटेड दैट ओनली ए वेरी स्मॉल परसेंटेज ऑफ इंडियन वर्कफोर्स, बहुत घट वर्कफोर्स ऑफ हिंदुस्तान के अंदर वो कही आ इन द एज ग्रुप ऑफ 19 to 24 जिन्हों की गल भाई साहब पहला करके गया 19 तो 24 साल वाली वोकेशनल कोर्स वाली लैस दैन 5%। हिंदुस्तान के 5% वो वर्कफोर्स आ और वह हवाला नाल की देंगे आ रिसीव फ्रॉम वोकेशनल एजुकेशन। ये वो जो वोकेशनल एजुकेशन तो 5% तो भी घट वर्कफोर्स मिल रही है। ये मुकाबले तो दुनिया का
ਹਵਾਲਾ ਦੇ ਰਹੇ ਆ, ਉਹ ਦੇ ਰਹੇ ਆ। ਵੇਅਰ ਇਜ਼ ਇਨ ਕੰਟਰੀਜ਼ ਸੱਚ ਐਜ਼ ਦਾ USA ਦਾ ਨੰਬਰ ਇਜ਼ 52, USA 'ਚ 52%, ਜਰਮਨੀ 'ਚ 75%, ਸਾਊਥ ਕੋਰੀਆ 'ਚ 96% ਆ। These numbers only underline the urgency of the need to hasten the spread of the vocational education in India। ਉਹ ਕਹਿੰਦਾ ਆਹ ਜ਼ਰੂਰਤ ਆ ਜਿਸ ਕਰਕੇ ਵੋਕੇਸ਼ਨਲ ਐਜੂਕੇਸ਼ਨ ਆ ਜਿਹੜੀ ਉਹ ਹਿੰਦੁਸਤਾਨ 'ਚ ਹੋਣੀ ਚਾਹੀਦੀ ਆ, ਕਿਉਂਕਿ ਦੁਨੀਆ ਦੇ ਅੰਦਰ ਉਹ ਵਿਕਸਿਤ ਮੁਲਕ ਜਿਹੜੇ ਮੁਲਕਾਂ ਦੇ ਵਿੱਚ ਇਸੇ ਕਿਸਮ ਦੀ ਵਰਕਫੋਰਸ, ਇਸੇ ਕਿਸਮ ਦੇ ਨਵ ਉਦਾਰਵਾਦੀ ਸਿਸਟਮ ਦੇ ਵਿੱਚ ਉਹ ਕਾਮਾਂ ਪੈਦਾ ਕਰ ਚੁੱਕੇ ਆ, ਅਤੇ ਇਸੇ ਕਿਸਮ ਦਾ ਹਿੰਦੁਸਤਾਨ ਦੇ ਵਿੱਚ ਪੈਦਾ ਕਰਨ ਦੀ ਜਿਹੜੀ ਉਹਨਾਂ ਦਾ ਤਹਈਆ ਹੈ, ਉਹਦੇ ਵਿੱਚੋਂ ਇਹ ਨਵੀਂ ਐਜੂਕੇਸ਼ਨ ਪਾਲਿਸੀ ਦਾ ਜਿਹੜਾ ਪੂਰੇ ਦਾ ਪੂਰਾ ਮਸੌਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਸ ਕਰਕੇ NEP 2020 ਦਾ ਮੁੱਖ ਮਕਸਦ ਤਕਨੀਕੀ ਤੌਰ 'ਤੇ ਲੈਸ ਤਕਨੀਕ ਨਾਲ ਲੈਸ ਵਰਕਫੋਰਸ ਪੈਦਾ ਕਰਨਾ, ਇਹ ਓਵਰਆਲ ਡਿਵੈਲਪਮੈਂਟ ਜਾਂ ਨੌਲੇਜ ਓਰੀਐਂਟਡ ਸੁਸਾਇਟੀ ਜਾਂ ਕੰਟਰੀ ਦਾ ਮਸਲਾ ਨਹੀਂ ਹੈ ਜਿਹਦੇ ਬਾਰੇ ਸਾਡੇ ਵਰਗੇ ਲੋਕ ਲੜਦੇ ਆ, ਜਿਹੜੇ ਸਮਾਜ ਨੂੰ ਬਿਹਤਰ ਬਣਾਉਣ ਦੀ ਗੱਲ ਸੋਚਦੇ ਆ ਜਾਂ ਸਮਾਜ ਨੂੰ ਬੰਦੇ ਨੂੰ ਚੰਗਾ ਬਣਾਉਣ ਦੀ ਸੋਚਦੇ ਆ। ਉਹ ਸੋਚਦੇ ਆ ਕਿ ਸਮਾਜ ਆ ਜਿਹੜਾ ਇਹ ਗਿਆਨ ਓਰੀਐਂਟਡ ਹੋਣਾ ਚਾਹੀਦਾ, ਸੰਵੇਦਨਸ਼ੀਲ ਹੋਣਾ ਚਾਹੀਦਾ, ਸੱਭਿਅਕ ਹੋਣਾ ਚਾਹੀਦਾ, ਪਰ ਉਹਨਾਂ ਲਈ ਨਹੀਂ। ਉਹ ਇੱਕ ਅਜਿਹਾ ਕੰਮ ਆ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ। ਇਸੇ ਕਿਸਮ ਨਾਲ ਜਿੰਨੇ ਵੀ ਪਿੱਛੇ ਪ੍ਰੋਗਰਾਮ ਸਟਾਰਟਅਪ ਇੰਡੀਆ ਹੋਵੇ ਜਾਂ ਜਿੰਨੇ ਵੀ ਮੇਲੇ ਲੱਗੇ, ਚਾਹੇ ਉਹ ਆਰਟ ਕਰਾਫਟ ਵਾਲੇ ਹੋਣ ਜਾਂ ਹੋਰ ਹੋਣ, ਇਹ ਇਸੇ ਰਾਜਨੀਤੀ ਦੇ ਤਹਿਤ ਆ ਜਿਹੜੀ ਨੀਤੀ ਐਜੂਕੇਸ਼ਨ ਪਾਲਿਸੀ ਨੂੰ ਲਿਆਂਦੀ ਗਈ ਆ। ਦੂਜਾ ਮਸਲਾ ਮੈਂ ਨਾ ਭਾਸ਼ਾ ਵੱਲ ਦਿਵਾਉਣਾ ਚਾਹੁੰਦਾ, ਕਿਉਂਕਿ ਭਾਸ਼ਾ ਦੀ ਗੱਲ ਇਹਦੇ ਬਾਰੇ ਮੈਂ ਇੱਕ ਦੋ ਜਾਤੀ ਟਾਈਮ 2-4 ਮਿੰਟ ਅੱਗੇ ਪਿੱਛੇ ਹੋ ਸਕਦਾ ਮੈਂ ਗੱਲਾਂ ਸਾਂਝੀਆਂ ਕਰਾਂਗਾ, ਕਿਉਂਕਿ ਬਤੌਰ ਪ੍ਰੋਫੈਸਰ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ, ਪੰਜਾਬ 'ਚ ਹੋਰ ਕਿਤੇ ਨਹੀਂ ਹੈ। ਔਰ ਉਸ ਦੇ ਵਿੱਚ ਕਿਸ ਕਿਸਮ ਦਾ ਇੱਕ ਸਟਰਕਚਰ ਉਹਨਾਂ ਨੇ ਪੈਦਾ ਕੀਤਾ ਅਤੇ ਸਾਨੂੰ ਉੱਥੇ ਲੜਨਾ ਪਿਆ ਪੰਜਾਬੀ ਲਈ, ਔਰ ਅਸੀਂ ਉੱਥੇ ਪੰਜਾਬੀ ਨੂੰ ਕਿਸ ਤਰ੍ਹਾਂ ਦੇ ਨਾਲ ਕੰਪਲਸਰੀ ਬਣਾ ਕੇ ਜਿਉਂਦਾ ਰੱਖਿਆ, ਉਹਦੀਆਂ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ। ਪਰ ਭਾਸ਼ਾ ਬਾਰੇ ਉਹ ਕੀ ਕਹਿ ਰਹੀ ਹੈ ਪਾਲਿਸੀ, ਅਤੇ ਕ੍ਰਿਸ਼ਨਾ ਸਵਾਮੀ ਕਸਤੂਰੀ ਰੰਗਨ ਹੋਣੀ ਹੀ ਉਸੇ ਲੇਖ ਦੇ ਵਿੱਚ ਜ਼ਿਕਰ ਕਰਦੇ ਆ। ਹਾਲਾਂਕਿ ਜ਼ੋਰ ਬਾਰ-ਬਾਰ ਪਾਲਿਸੀ 'ਚ ਇਹ ਆ ਕਿ ਮਾਤ ਭਾਸ਼ਾਵਾਂ ਨੂੰ ਅਹਿਮੀਅਤ ਦਿੱਤੀ ਜਾਏਗੀ, ਮਾਤ ਭਾਸ਼ਾਵਾਂ ਦੇ ਰਾਹੀਂ ਗਿਆਨ ਦਿੱਤਾ ਜਾਏਗਾ, ਮਾਤ ਭਾਸ਼ਾਵਾਂ ਹੀ ਆਧਾਰ ਹੋਣਗੀਆਂ, ਮੀਡੀਅਮ ਆਫ ਇੰਸਟਰਕਸ਼ਨ ਹੋਣਗੀਆਂ। ਪਰ ਇਨ ਪ੍ਰੈਕਟਿਸ ਕੀ ਆ, ਅਤੇ ਉਹ ਤੁਸੀਂ ਦੇਖਿਓ। ਉਹ ਕਹਿੰਦੇ ਵੀ ਕਸਤੂਰੀ ਰੰਗਨ ਹੋਣੀ ਲਿਖਦੇ ਆ, ਮਿਡਲ ਸਕੂਲ ਤੱਕ ਦੀ ਪੜ੍ਹਾਈ ਵਿੱਚ ਮਾਂ ਬੋਲੀ ਨੂੰ ਚੁਣਨ ਦਾ ਪ੍ਰਾਵਧਾਨ ਹੈ, ਪ੍ਰੋਵੀਜ਼ਨ ਆ ਵੀ ਚੁਣ ਸਕਦੇ। ਸਿੱਖਿਆ ਵਿੱਚ 3 ਭਾਸ਼ਾਵਾਂ ਦੀ ਗੱਲ ਕੀਤੀ ਗਈ ਆ। ਇਹ ਸੂਬੇ ਅਤੇ ਸੰਬੰਧਿਤ ਸਕੂਲ ਉੱਤੇ ਨਿਰਭਰ ਕਰਦਾ ਕਿ ਉਹ ਕਿਹੜੀ ਭਾਸ਼ਾ ਦਾ ਵਿਕਲਪ ਚੁਣਦੇ ਹਨ। ਜੇਕਰ ਪੇਰੈਂਟਸ ਚਾਹੁੰਦੇ ਹਨ ਕਿ ਬੱਚਾ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹੇ ਤਾਂ ਉਹ ਐਸਾ ਕਰ ਸਕਦੇ ਹਨ। ਨੰਬਰ 1, ਨੀਤੀ ਉਹਨਾਂ ਨੂੰ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਲਈ ਮਜਬੂਰ ਨਹੀਂ ਕਰੇਗੀ। ਇਹ ਆ ਭਾਸ਼ਾਵਾਂ ਦੀ ਸਥਿਤੀ। ਮੈਂ ਅੱਗੇ ਦੱਸਦਾ, 3 ਭਾਸ਼ਾਈ ਫਾਰਮੂਲੇ ਵਿੱਚ ਇੱਕ ਉਹਨਾਂ ਦਾ ਬਹੁਤ ਖਤਰਨਾਕ ਕਿਸਮ ਦਾ ਸ਼ਬਦ ਪਾਉਂਦੇ ਆ। ਉਹ ਮਦਰ ਟੰਗ ਨਹੀਂ ਲਿਖਦੇ, ਉਹ ਹੋਮ ਲੈਂਗੁਏਜ ਲਿਖਦੇ ਆ। ਅੱਜ ਜਿਸ ਕਿਸਮ ਦੇ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਮੰਨ ਲਓ ਮੇਰੀ ਵਾਈਫ ਤਾਮਿਲ ਹੋ ਸਕਦੀ ਆ, ਤਾਂ ਮੇਰੀ ਹੋਮ ਲੈਂਗੁਏਜ ਕਿਹੜੀ ਹੋਏਗੀ? ਮੈਂ ਪੰਜਾਬੀ ਹਾਂ ਅਤੇ ਮੇਰੀ ਵਾਈਫ ਤਾਮਿਲ ਹੈ। ਕੋਈ ਪਤਾ ਨਹੀਂ ਲੱਗ ਰਿਹਾ ਕਿਹੜੀ ਟੰਗ ਹੋਏਗੀ ਕਿਹੜੀ ਨਹੀਂ ਹੋਏਗੀ। ਔਰ ਦੇਖੋ ਉਹਦੇ ਵਿੱਚ 3 ਲੈਂਗੁਏਜ ਫਾਰਮੂਲੇ 'ਚ ਜਿਹੜਾ ਹਾਇਰ ਐਜੂਕੇਸ਼ਨ ਦਾ ਸੈਗਮੈਂਟ ਆ ਉਹਦੇ 'ਚ ਕੀ ਕਹਿ ਰਹੇ ਆ, 3 ਭਾਸ਼ਾਈ ਫਾਰਮੂਲੇ 'ਚ ਹੋਮ ਲੈਂਗੁਏਜ ਪਲੱਸ ਇੰਗਲਿਸ਼, ਅਤੇ ਉਸ ਤੋਂ ਬਾਅਦ ਸਭ ਤੋਂ ਵਧੇਰੇ ਮਹੱਤਤਾ ਸੰਸਕ੍ਰਿਤ ਨੂੰ ਆ। ਇਹ ਗੱਲ ਜਿਹੜੀ ਸੋਚਣ ਵਾਲੀ ਆ। ਔਰ ਲਿਖਦੇ ਆ ਬਕਾਇਦਾ, ਸੰਸਕ੍ਰਿਤ ਵਿਲ ਬੀ ਮੇਨ ਸਟ੍ਰੀਮ ਵਿਦ ਸਟਰੋਂਗ ਆਫਰਿੰਗਸ ਇਨ ਸਕੂਲ including as one of the option in the 3 language formula as well as in the higher education। यानी वो 3 भाषावां ਦਾ ਜਿਹੜਾ ਮਸਲਾ ਉਹਦੇ 'ਚੋਂ ਸੰਸਕ੍ਰਿਤ ਨੂੰ ਲਿਆ ਕੇ ਫਿੱਟ ਕਰ ਰਹੇ ਆ। ਔਰ ਵਿੱਚੇ ਸਕੂਲ ਔਰ ਵਿੱਚੇ ਕਾਲਜਸ ਦੇ ਔਰ ਵਿੱਚੇ ਯੂਨੀਵਰਸਿਟੀਆਂ ਦੇ ਅੰਦਰ ਕੌਮੀ ਸਿੱਖਿਆ ਨੀਤੀ ਦੇ ਅੰਦਰ ਬਾਈਲਿੰਗੁਅਲ 2 ਭਾਸ਼ਾਵਾਂ ਦੇ ਉੱਤੇ ਜ਼ੋਰ ਆ, ਅਤੇ ਤੀਜੀ ਭਾਸ਼ਾ ਉਹਨਾਂ ਨੇ ਸੰਸਕ੍ਰਿਤ ਆਪਣੇ ਲਈ ਰਿਜ਼ਰਵ ਰੱਖੀ ਹੋਈ ਆ। ਇਹ ਸਪਸ਼ਟ ਹੈ ਕਿ ਹਿੰਦੂਤਵ ਦਾ ਏਜੰਡਾ ਹੈ, ਇਹਦੇ ਬਾਰੇ ਕੋਈ ਦੋ ਰਾਵਾ ਨਹੀਂ ਹੈ। ਔਰ ਜਦੋਂ ਗਿਆਨ ਦੀ ਪਰੰਪਰਾ ਦੀ ਗੱਲ ਕਰਦੇ ਆ, ਬਾਰ-ਬਾਰ ਅਸੀਂ ਇੱਥੇ ਤਾਂ ਆਹ ਬਣਾਉਣਾ, ਵਿਕਰਮਸ਼ਿਲਾ ਵਾਲੀਆਂ ਪੁਰਾਣੀਆਂ ਯੂਨੀਵਰਸਿਟੀਆਂ ਦਾ ਜ਼ਿਕਰ ਕਰਦੇ ਆ, ਪੁਰਾਣੇ ਗਿਆਨ ਦਾ ਜ਼ਿਕਰ ਕਰਦੇ ਆ, ਬੜਾ ਕੁਝ ਕਰਦੇ ਆ, ਅਤੇ ਨਾਲ ਇੱਕ ਸਲੋਗਨ ਦਿੰਦੇ ਆ। ਅਤੇ ਉਹ ਸਲੋਗਨ ਕੀ ਆ? ਏਕ ਭਾਰਤ ਸ਼੍ਰੇਸ਼ਠ ਭਾਰਤ।
ਏਜੰਡਾ ਉਹਨਾਂ ਦਾ ਇਹੀ ਆ। ਔਰ ਉਹੀ ਏਜੰਡਾ ਐਜੂਕੇਸ਼ਨ ਪਾਲਿਸੀ 'ਚ ਜਿੱਥੇ ਨਵਆਧਾਰਵਾਦ ਦੇ ਨਾਲ ਜੁੜਿਆ ਹੋਇਆ, ਉੱਥੇ ਨਾਲੋਂ ਨਾਲ ਇਸ ਚੀਜ਼ ਦੇ ਨਾਲ ਵੀ ਜੁੜਿਆ ਹੋਇਆ। ਮੈਂ ਇਸ ਦੀ ਹਕੀਕਤ ਦਿਖਾਉਣੀ ਚਾਹੁੰਦਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇਹ ਤਾਂ ਜਦੋਂ ਲਾਗੂ ਹੋਏਗੀ ਉਦੋਂ ਪਤਾ ਲੱਗੇਗਾ ਨਾ। ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨ ਲੱਗੇ ਤਾਂ ਉਸ ਦਾ ਸਟਰਕਚਰ ਇਹ ਬਣਾਇਆ ਗਿਆ ਕਿ ਇੱਕ ਮੇਜਰ ਸਬਜੈਕਟ ਹੋਏਗਾ, ਇੱਕ ਮਾਈਨਰ ਸਬਜੈਕਟ ਹੋਏਗਾ, ਇੱਕ ਮਲਟੀ ਡਿਸਪਲਿਨਰੀ ਸਬਜੈਕਟ ਹੋਏਗਾ, ਇੱਕ ਵੈਲਿਊ ਐਡਡ ਸਬਜੈਕਟ ਹੋਏਗਾ, ਇੱਕ ਐਬਿਲਿਟੀ ਇਨਹਾਂਸਮੈਂਟ ਹੋਏਗਾ। ਸਾਰੀਆਂ ਲੈਂਗੁਏਜਸ ਐਬਿਲਿਟੀ ਇਨਹਾਂਸਮੈਂਟ ਦੇ ਅੰਦਰ ਪਾ ਦਿੱਤੀਆਂ ਗਈਆਂ। ਐਬਿਲਿਟੀ ਇਨਹਾਂਸਮੈਂਟ ਦੇ ਵਿੱਚ ਜਿਹੜਾ ਕੋਰਸ ਸਟਰਕਚਰ ਉਹਨਾਂ ਨੇ ਤਿਆਰ ਕੀਤਾ, ਉਹ ਤਿਆਰ ਇਹ ਕੀਤਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਸਾਹਮਣਾ ਕਰਨਾ ਪਏਗਾ ਕਿ ਜਿਵੇਂ ਅੱਗੇ ਹੁੰਦਾ ਸੀ ਕਿ BA 3 ਸਾਲ ਕਰੇਗਾ ਤਾਂ ਡਿਗਰੀ ਮਿਲੇਗੀ। ਹੁਣ ਨਹੀਂ ਹੈ। ਜੇ ਇੱਕ ਸਟੂਡੈਂਟ ਨੇ 1 ਸਾਲ BA 'ਚ ਲਾ ਲਿਆ ਤੇ ਉਹ ਅੱਗੇ ਨਹੀਂ ਪੜ੍ਹ ਸਕਦਾ। ਉਹ BA 1 ਸਾਲ ਪੜ੍ਹ ਕੇ ਚਲੇਗਾ, ਉਹਨੂੰ ਦਿੱਤਾ ਜਾਏਗਾ ਸਰਟੀਫਿਕੇਟ ਇਨ BA। ਮੰਨ ਲਓ ਕਿ 2 ਸਾਲ ਪੜ੍ਹ ਗਿਆ ਕਿ 2 ਸਾਲ ਤੋਂ ਬਾਅਦ ਉਹ ਪੜ੍ਹਾਈ ਕੰਟੀਨਿਊ ਨਹੀਂ ਕਰ ਸਕਿਆ, ਹਾਲਾਤ ਇਸ ਕਿਸਮ ਦੇ ਸੀ। ਉਹਨੇ 2 ਸਾਲ 'ਚ ਪਾਸ ਕਰ ਲਈ, 4 ਸਮੈਸਟਰ ਕਰ ਲਏ ਤੇ ਉਹਨੂੰ ਸਰਟੀਫਿਕੇਟ ਦਿੱਤਾ ਡਿਪਲੋਮਾ ਇਨ BA। ਫਿਰ ਉਹਨੇ 3 ਸਾਲ ਕਰ ਲਈ, ਉਹਨੂੰ ਡਿਗਰੀ ਦੇਤੀ। ਜੇ ਉਹਨੇ +1 ਈਅਰ ਹੋਰ ਕਰ ਲਈ, ਉਹਨੂੰ ਆਨਰਸ ਦੀ ਡਿਗਰੀ ਦੇਤੀ ਤੇ ਉਸ ਤੋਂ ਬਾਅਦ 1 ਸਾਲ ਕਰਕੇ ਉਹ MA ਕਰਕੇ ਜਾ ਸਕਦਾ। ਤੇ ਰਿਸਰਚ ਦਾ ਜੋ ਮਾੜਾ ਹਾਲ ਹੋਣਾ ਉਹਦੇ ਬਾਰੇ ਵੀ ਮੈਂ 1-2 ਸੰਕੇਤ ਕਰੂੰਗਾ। ਆਹ ਸਟਰਕਚਰ ਬਣਾਇਆ ਤੇ ਲੈਂਗੁਏਜ ਚੱਕ ਕੇ ਸਾਰੀਆਂ ਦੀਆਂ ਸਾਰੀਆਂ ਐਬਿਲਿਟੀ ਇਨਹਾਂਸਮੈਂਟ 'ਚ ਰੱਖਦੀਆਂ। ਔਰ ਉਸ ਐਬਿਲਿਟੀ ਇਨਹਾਂਸਮੈਂਟ 'ਚ ਕੀ ਆ ਕਿ ਕਿਹੜੀਆਂ ਲੈਂਗੁਏਜ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ 22 ਲੈਂਗੁਏਜ ਜਿਹੜੀਆਂ 8th ਸ਼ਡਿਊਲ ਦੇ ਅੰਦਰ ਆ। ਹੁਣ 22 ਲੈਂਗੁਏਜ ਦੇ ਵਿੱਚੋਂ ਵਿਦਿਆਰਥੀ ਦੀ ਚੁਆਇਸ ਹੈ, ਜਿਹੜੀ ਮਰਜ਼ੀ ਪੜ੍ਹੇ ਨਾ ਪੜ੍ਹੇ, ਪੜ੍ਹਨਾ ਉਹਦੇ ਲਈ ਜ਼ਰੂਰੀ ਆ, ਪਰ ਲੈਂਗੁਏਜ ਕਿਹੜੀ ਪੜ੍ਹੇਗਾ ਇਹ ਨਹੀਂ। ਵਿੱਚੇ ਪੰਜਾਬੀ ਉਹਦੇ ਵਿੱਚ, ਤਾਮਿਲ ਉਹਦੇ ਵਿੱਚ, ਇੰਗਲਿਸ਼ ਉਹਦੇ। ਪੰਜਾਬ ਯੂਨੀਵਰਸਿਟੀ 'ਚੋਂ ਇੰਗਲਿਸ਼ ਦਾ ਤਾਂ ਸਫਾਇਆ ਹੋ ਚੁੱਕਿਆ ਹੈ। ਉੱਥੇ ਸਟੂਡੈਂਟ ਬਿਨਾਂ ਅੰਗਰੇਜ਼ੀ ਪੜ੍ਹਿਆ BA ਕਰ ਸਕਦਾ, ਜਿਹੜੀ ਨਵੀਂ ਪਾਲਿਸੀ ਇੰਟਰੋਡਿਊਸ ਹੋਈ ਹੈ। ਪਰ ਮੈਂ ਸਮਝਦਾ, ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਕਿ ਪੰਜਾਬ ਦੇ ਬੱਚੇ ਨੇ ਪੰਜਾਬ 'ਚ ਹੀ ਨਹੀਂ ਰਹਿਣਾ, ਉਹਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ। ਉਹਨੇ ਕੱਲ੍ਹ ਨੂੰ ਪੰਜਾਬ ਤੋਂ ਬਾਹਰ ਵੀ ਜਾਣਾ। ਗਿਆਨ ਬਹੁਤ ਸਾਰਾ ਅੰਗਰੇਜ਼ੀ 'ਚ ਆ, ਜੇ ਉਹਨੂੰ ਅੰਗਰੇਜ਼ੀ ਨਹੀਂ ਆਏਗੀ ਤਾਂ ਉਹ ਅੱਗੇ ਵੀ ਨਹੀਂ ਵੱਧ ਸਕੇਗਾ। ਪਰ ਅੰਗਰੇਜ਼ੀ ਆਉਣੀ ਕਿਵੇਂ ਚਾਹੀਦੀ ਆ, ਇਹਦੇ ਬਾਰੇ ਸਾਡੀ ਇੱਕ ਆਪਣੀ ਨੀਤੀ ਆ। ਉਹ ਇੱਥੇ ਸਮਾਂ ਨਹੀਂ ਜਿਹਦੇ 'ਤੇ ਮੈਂ ਚਰਚਾ ਕਰ ਸਕਾਂ। ਪਰ ਕਹਿਣ ਦਾ ਮੇਰੇ ਭਾਵ ਇਹ ਆ ਕਿ ਇਸ ਤਰ੍ਹਾਂ ਨਾਲ ਜਿੰਨਾ ਲੈਂਗੁਏਜ ਨੂੰ ਅਸੀਂ ਮਹੱਤਵ ਦੇ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਬਿਲਕੁਲ ਨਹੀਂ ਹੈ। ਇਨ ਪ੍ਰੈਕਟਿਸ ਖਤਮ ਆ ਲੈਂਗੁਏਜਸ। ਔਰ ਇੰਟਰਡਿਸਪਲਿਨਰੀ ਕਹਿ ਕੇ ਤੇ ਇਸ ਤਰ੍ਹਾਂ ਦੇ ਨਾਲ ਖਲਤ ਮਲਤ ਕਰ ਦਿੱਤਾ ਗਿਆ ਸਾਰਾ ਕੁਝ ਕਿ BA ਕਰਨ ਤੋਂ ਬਾਅਦ ਵੀ ਸਟੂਡੈਂਟ ਕਿਸੇ ਪਾਸੇ ਜੋਗਾ ਨਹੀਂ ਰਹੇਗਾ। ਜੇ ਉਹਨੇ ਜਾਣਾ, ਹੁਣ ਉਸ ਨੂੰ BA 1 ਦੇ ਵਿੱਚ ਆਪਣੀ ਲਾਈਨ ਚੁਣਨੀ ਪਏਗੀ। ਮੰਨ ਲਓ ਉਹਨੇ ਪੰਜਾਬੀ 'ਚ ਜਾਣਾ ਤਾਂ ਪਹਿਲੇ ਸਾਲ ਉਹ ਮੇਜਰ ਸਬਜੈਕਟ ਪੰਜਾਬੀ ਪੜ੍ਹ ਰਿਹਾ, ਅਗਲੇ ਸਾਲ ਮੇਜਰ ਸਬਜੈਕਟ 'ਚ ਉਹਦੇ 3 ਹੋਰ ਹੋ ਜਾਣਗੇ ਤੇ ਤੀਜੇ ਸਮੈਸਟਰ 'ਚ ਜਾ ਕੇ ਪੇਪਰ ਵੱਧ ਜਾਣਗੇ। ਚੌਥੇ ਸਮੈਸਟਰ 'ਚ ਜਾਂਦੇ ਜਾਂਦੇ ਉਹ ਪੰਜਾਬੀ ਪੜ੍ਹੇਗਾ, ਬਾਕੀ ਕੋਈ ਸਬਜੈਕਟ ਨਹੀਂ ਪੜ੍ਹੇਗਾ। ਵੈਲਿਊ ਐਡਡ ਕੋਰਸ ਹੋਵੇ, ਐਬਿਲਿਟੀ ਇਨਹਾਂਸਮੈਂਟ ਹੋਵੇ, ਪਹਿਲੇ 4 ਸਮੈਸਟਰਾਂ 'ਚ ਉਸ ਦਾ ਖਾਤਮਾ ਤੇ ਉਸ ਤੋਂ ਬਾਅਦ ਉਹ ਉਸ ਪਾਸੇ ਜਾਏਗਾ। ਉਹਦਾ ਕੀ ਬਣੇਗਾ ਕੀ ਨਹੀਂ ਬਣੇਗਾ, ਜਾਣੀ ਜਿਹਨੂੰ ਇੰਟਰਡਿਸਪਲਿਨਰੀ ਕਿਹਾ ਜਾਂਦਾ, ਜਿਹਨੂੰ ਕ੍ਰਾਸ ਡਿਸਪਲਿਨਰੀ ਕਿਹਾ ਜਾਂਦਾ, ਤੇ ਸਟੂਡੈਂਟ ਦਾ ਹਾਇਰ ਐਜੂਕੇਸ਼ਨ ਵੱਲ ਜਾਂਦਾ ਹੋਇਆ ਸਿੰਗਲ ਟਰੈਕ ਉੱਤੇ ਚਲਾ ਜਾਏਗਾ। ਉਹਨੂੰ ਨਾ ਸਿਸ਼ੌਰ, ਮੰਨ ਲਓ ਪੰਜਾਬੀ ਦੇ ਵਿੱਚ ਬੰਦੇ ਨੇ ਅੱਗੇ ਜਾਣਾ ਹੋਵੇ, ਪ੍ਰੋਫੈਸਰ ਬਣਨਾ ਜਾਂ ਹੋਰ ਕੋ ਕਰਨਾ, ਉਹ ਪੰਜਾਬੀ ਪੜ੍ਹਨ ਵਾਲੇ ਨੂੰ ਇੱਕੋ ਜਿੰਨੀ ਸੋਸ਼ੀਓਲੋਜੀ ਦੀ, ਇੱਕੋ ਜਿੰਨੀ ਫਿਲਾਸਫੀ ਦੀ, ਇੱਕੋ ਜਿੰਨੀ ਬਾਕੀ ਡਿਸਿਪਲਿਨ ਦੀ ਸਮਝ ਚਾਹੀਦੀ ਆ, ਤਾਂ ਜਾ ਕੇ ਉਹ ਲਿਟਰੇਚਰ ਨੂੰ ਸਮਝ ਸਕਦਾ। ਇਕੱਲੀ ਪੰਜਾਬੀ ਪੜ੍ਹ ਕੇ ਪੰਜਾਬੀ ਸਾਹਿਤ ਨੂੰ ਨਹੀਂ ਸਮਝਿਆ ਜਾ ਸਕਦਾ। ਪਰ ਇਹ ਸਿੰਗਲ ਟਰੈਕ ਦੇ ਉੱਤੇ ਹਾਇਰ ਐਜੂਕੇਸ਼ਨ ਆ ਜਿਹੜੀ, ਇਹ ਪੂਰੇ ਦੇ ਪੂਰਾ ਲਿਜਾਣ ਦਾ ਉਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਆ। ਦੂਜਾ, 3000 ਤੋਂ ਘੱਟ ਕੋਈ ਇੰਸਟੀਟਿਊਸ਼ਨ ਨਹੀਂ ਹੋਏਗਾ ਪੰਜਾਬ ਦੇ। ਗਿਣਤੀ ਦੇ ਕਾਲਜ ਹੋਣਗੇ, ਖਾਲਸਾ ਕਾਲਜ ਅੰਮ੍ਰਿਤਸਰ ਹੋ ਸਕਦਾ, ਗੌਰਮੈਂਟ ਕਾਲਜ ਲੁਧਿਆਣਾ ਹੋ ਸਕਦਾ, ਮਹਿੰਦਰਾ ਕਾਲਜ ਪਟਿਆਲਾ ਹੋ ਸਕਦਾ, ਰਜਿੰਦਰਾ ਕਾਲਜ ਬਠਿੰਡਾ ਹੋ ਸਕਦਾ, ਫਰੀਦਕੋਟ ਦਾ ਕਾਲਜ ਹੋ ਸਕਦਾ। ਬਾਕੀ ਕੋਈ ਕਾਲਜ ਨਹੀਂ ਜਿਸ ਦੇ ਵਿੱਚ 3000 ਦੀ ਸਟਰੈਂਥ। ਤੇ ਉੱਥੇ ਕਲਸਟਰ ਬਣਾਏ ਜਾਣਗੇ, ਜਾਣੀ ਐਜੂਕੇਸ਼ਨ ਨੂੰ ਕਿਸ ਢੰਗ ਦੇ ਨਾਲ ਦੂਰ ਕੀਤਾ ਜਾਏਗਾ। ਮੋਦੀ ਸਾਹਿਬ ਬਾਹਰ ਇੱਕ ਗੱਲ ਦਾ ਚਰਚਾ ਕਰਦੇ ਰਹੇ, ਹੁਣ ਵੀ ਕਰਦੇ ਹੁੰਦੇ ਆ, ਗੁੱਡ
गुड गवर्नेंस का मतलब यह है कि सरकार हर चीज़ चो अपना हथ बाहर कढ़ के चली जाए, सिर्फ देख रेख करे उसकी, उसकी दखल अंदाजी ना, जानी पब्लिक सैक्टर में बिल्कुल तबाह कर देने की नीति का नाम गवर्नेंस आ। ये किया जा रहा हायर एजुकेशन बोर्ड ऑफ डायरैक्टर बनाए जाएंगे ਜਿਹੜੇ निगरानी करनगे, और वही उत्थे जो सिलेक्शन होंगियां, जो अंदरला ढांचा होएगा वही सारा कुछ देखा जाएगा, तो प्राइवेट पार्टनरशिप को इनकरेज किया जाएगा, तो प्राइवेट पार्टनरशिप को भी फ्रीशिप के आधार पर, फ्रीशिप लिए कोई नहीं आता। वो दौर गया बस्तीवाद के दौर वेले, जो खालसा कॉलेज दी या खालसा स्कूलों की मूवमेंट सी, या DAV की मूवमेंट सी, जिहदे समाज नूं मुख रख के एक सेवा का मौका सी। हुण कॉलेज यूनीवर्सिटियां ने जिहड़ियां बन रही ने प्राइवेट, ये बिजनस के अड्डे ने, कमर्शलाइजेशन ने, तो जदों इन्हां दे विच भी प्राइवेट पार्टनरशिप जाएगी तो ये भी बिजनस का अड्डा बन गया। इनू कोई रोक नहीं सकेगा, कोई अपने को पैसा जिहड़ा वो दान पुण्य च हुण नहीं लाएगा। तीजी जी गल मैं आखिर च करनी आ, वो है ये नतीजे की हो सकते हैं। गल्लां तो मेरे को बहुत सारे ने, क्योंकि तुसीं भी डिस्कशन पार्टिसिपेट करना। एक तो यह आ कि ओल्ड ट्रैडिशन ते ओल्ड नॉलेज को स्थापित करना, बहुत जोर है इस चीज़ के उत्ते। वेदां के ज्ञान की गल बार बार, फलाने ज्ञान की गल, किते किते ये तो कह देंगे भी जिहड़ियां बाकी क्लासिकल लैंगुएज सी उन्होंने भी रखे गए, वो पाली आ, प्राकृत आ, तमिल आ, इस तरह। पर मेन जिहड़ा जोर आ वो इस किस्म की ज्ञान परंपरा नूं दोबारा वो करन दा। जिवें एक दोस्त गल कर रहे सी भी अतीत साडा बहुत खूबसूरत सी, आ सी, ओ सी, वो सारा कुछ दिखा के अपनी जिहड़ी हिंदुत्ववाद की विचारधारा उस नूं लोकां दे मनां तक पहुँचा देने का मसला। और इस भी विश्व गुरु का संकल्प आ भी असीं कदे विश्व गुरु हुंदे सी उस दौर के हुण फिर विश्व गुरु बनता, तो दुनिया के तो अमरीका भी विश्व गुरु है जिन्हें दुनिया के उत्ते ये सारा ये बस्तीवादी किस्म का जिहड़ा रवैया, जिसनों जिहड़ा फाशिज्म दे नाल भरिया पिया, वो इस एजुकेशन पॉलिसी की सारी स्प्रेड के विचों दिखाई देता है। तीजा मसला संस्कृत की हेजमनी स्थापित करनी। और मैं नहीं कहता कि संस्कृत पढ़नी चाहिए, संस्कृत बड़ा सारा ज्ञान आ, पर हिंदुस्तान मैं किसी सैमीनार दे विच बोल रहा सी, ऑनलाइन सैमीनार से, तो हिंदुस्तान के बहुत सारे लोग जुड़े हुए सी। मैं उत्थे बोलदे गल कह दी कि मैनूं नहीं लगता कि हिंदुस्तान दे विच किसी की संस्कृत किसी की मदर टंग हो, पर मैनूं उधर मैं कहा भी किसी की मदर टंग नहीं हो सकती। तो एक कन्नड़ के विचों बंदा सी, वो कहते भी साडे पिंड दे विच मदर टंग है, मतलब कर्नाटका के अंदर है, हो सकती है, मैं नहीं कहता कि नहीं है, पर असी जिस किस्म के नाल साडे हिंदुस्तान का ये सारा कुछ आ, तो वो सूबे ही साडे तो भाषावां के आधार पर बने, तो एक भी सूबा जिहड़ा संस्कृत भाषा के आधार पर नहीं था। तो नवोदारवाद की मैं चर्चा कर ही चुकिया। भारतीय भाषावां का खात्मा जिहड़ा इहदा करन दा मकसद की है? इहदा मकसद ये आ कि इन्हां भाषावां दे विच पैदा होने वाली प्रतिरोध ते असहमति की आवाज़ आ जिहड़ी उसका खात्मा करना। वो भाषावां अपनी जिहड़ी वन सबनता वो ना बनाई रखन, उन्हां दे कल्चर लई बहुत बड़ा खतरा पैदा होएगा। भाषा बोली तो जाती रहेगी पर उसकी डिवेलपमेंट खत्म हो जाएगी, क्योंकि कोई भाषा उदों तक जिंदी नहीं रह सकती जदों तक वो सोशल प्रोडक्शन का अमल का हिस्सा नहीं होगी। कल्ले बोलने नाल किसी भाषा ने विकसित नहीं होना। सब तो वध पाकिस्तान के 8 करोड़ पंजाबी बोलते हैं, पर भारतीय पंजाब की पंजाबी तो पाकिस्तान की पंजाबी का विच जमीन आसमान का अंतर आ, और साडी भाषा इन्नी ज़्यादा डिवेलप आ। मनुख नूं नवआधारवादी सिस्टम लिए एक कल पुर्जा बना देना। कल पुर्जा बनाने के पिछे एक मकसद ये आ कि उसनों भोगी मनुख बना देना, उसनों संवेदनशील सोचने वाला मनुख ना रहन देना, उसनों अकलिया कर देना, इन्ना आइसोलेट कर देना कि मैं किसी तो कुछ नहीं लेना, और ये तर्क होवे, प्रतिरोध होवे, सहमति होवे, इस किस्म दी आवाज़ां ने जड़ियाँ, चाहे इस किस्म की जी भावना है उसका खात्मा है। इस करके इस एजुकेशन पॉलिसी नूं मैं भविख दी उपभोक्तावादी नीति नालों तोड़ के नहीं देखता। तुसीं मेरियां गल्लां ध्यान नाल सुनिया, तुहाडा सारिआं दा बहुत बहुत धन्नवाद।